ਹਕੀਮ ਬਾਬਰ ਸਾਹਿਬ ਪਿੰਡੀ ਦੇ ਤੁਸੀਂ ਸੁਣੇ ਹੋਣਗੇ। ਉਹ ਸਾਡੇ ਉੱਥੇ ਲਾਗੇ ਸੰਭੜਿਆਲ ਗਏ ਨੇ ਆਪਣੇ ਆਬਾਈ ਇਲਾਕੇ 'ਚ ਕਿਧਰੇ। ਉਹਨਾਂ ਨਾਲ ਕੀ ਹੋਇਆ ਤੁਸੀਂ ਸੁਣ ਚੁੱਕੇ। ਹਕੀਮ ਸਾਹਿਬ ਨੇ ਕਿਹਾ ਮੈਨੂੰ ਜ਼ਹਿਰ ਪਿਆ ਦਿੱਤਾ ਹੈ ਔਰ ਮੈਂ ਮਰਦਿਆਂ ਮਰਦਿਆਂ ਬਚਿਆ। ਉਹਨਾਂ ਦੀ ਬੇਗਮ ਵੀ ਕਹਿ ਰਹੀ ਹੈ ਕਿ ਮੈਂ 2 ਕੋਟੀ ਲਾਏ ਨੇ ਲੇਕਿਨ ਕੁਛ ਨਹੀਂ ਹੋਇਆ। ਬਹਰਹਾਲ ਅੱਲਾਹ ਤਾਲਾ ਨੂੰ ਜ਼ਿੰਦਗੀ ਦੇ ਹਕੀਮ ਸਾਹਿਬ ਨੂੰ। ਲੇਕਿਨ ਉਸ ਤੋਂ ਬਾਅਦ ਜਿਨ੍ਹਾਂ ਤੇ ਉਹਨਾਂ ਨੇ ਇਲਜ਼ਾਮ ਲਾਇਆ ਉਹਨਾਂ ਦੇ ਭਾਈ ਦਾ ਬਿਆਨ ਆਇਆ। ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਨਾ ਨਾਲ। ਉਹ ਕਹਿੰਦੇ ਨੇ ਕਿ ਜੀ ਮੈਂ ਸਫਦਰ ਦਾ ਵੱਡਾ ਭਾਈ ਹਾਂ। ਇਹ ਕਿਧਰ ਬੈਠੇ ਨੇ ਆਪਸ ਵਿੱਚ। ਉਹਨਾਂ ਤੇ ਬਕਾਇਦਾ ਇਹ ਤਕਰੀਬਨ ਇਲਜ਼ਾਮ ਲਾਤਾ ਹੈ ਕਿ ਹਕੀਮ ਸਾਹਿਬ ਬਕਾਇਦਾ ਨਸ਼ਾ ਕਰਦੇ ਨੇ। ਤੇ ਚੂੰਕਿ ਪਿੰਡ ਆਏ ਸਨ, ਜਿਵੇਂ ਅਸੀਂ ਪਿੰਡ ਜਾਂਦੇ ਹਾਂ ਤੇ ਅਸੀਂ ਤੇ ਜਾ ਕੇ ਕੋਈ ਛਾਂ ਲੱਭਣੇ ਆ, ਕੋਈ ਟੂਵਲ ਲੱਭ ਜੇ, ਕੋਈ ਡੇਰਾ ਲੱਭ ਜੇ, ਕੋਈ ਗੱਪਸ਼ਪ ਵਾਲੇ ਯਾਰ ਸੱਜਣ ਲੱਭ ਜਾਣ, ਰੋਟੀ ਖਾਣ ਨੂੰ ਬੋਤੀ ਲੱਭ ਜੇ, ਕੋਈ ਟਿੱਕੇ ਕਬਾਬ ਲੱਭ ਜਾਣ। ਅਸੀਂ ਤੇ ਇਹੋ ਜਿਹੇ ਸ਼ੁਗਲ ਕਰਨੇ ਆ। ਲੇਕਿਨ ਕੁਝ ਦੋਸਤਾਂ ਦਾ ਸ਼ੌਕ ਹੁੰਦਾ ਕਿ ਡੇਰੇ ਤੇ ਜਾਈਏ ਤੇ ਬਾਹਰ ਜਾ ਕੇ ਜ਼ਰਾ ਪਤਾ ਲੱਗੇ ਕਿ ਅਸੀਂ ਆਏ ਆ ਸ਼ਹਿਰੋਂ। ਉਹ ਕਹਿੰਦੇ ਨੇ ਜੀ ਇਹ ਕਿਤੇ ਬੈਠੇ ਨੇ ਤੇ ਇਹ ਓਵਰਡੋਜ਼ ਹੋ ਗਏ ਨੇ। ਓਵਰਡੋਜ਼ ਦਾ ਤੁਹਾਨੂੰ ਪਤਾ ਹੀ ਹੈ, ਜਿਹੜੇ ਬੰਦੇ ਸਮਝਦੇ ਨੇ ਕਿ ਜ਼ਿਆਦਾ ਕੰਮ ਚੁੱਕ ਦੇਣਾ। ਇਹ ਵੈਸੇ ਮੇਰੇ ਕੋਲ ਪਾਣੀ ਹੈ, ਇਹ ਵੀ ਜ਼ਿਆਦਾ ਪੀਓ ਤਾਂ ਤੰਗ ਕਰਦਾ, ਸਾਦਾ ਪਾਣੀ। ਬਹਰਹਾਲ ਉਹ ਉਹਨਾਂ ਦੇ ਮੁਤਾਬਕ ਇਹ ਹੋਇਆ ਕਿ ਬਾਬੇ ਦੀ ਓਵਰਡੋਜ਼ ਹੋਏ ਨੇ। ਉਸ ਤੋਂ ਬਾਅਦ ਉਹਨਾਂ ਦੀ ਹਾਲਤ ਗੈਰ ਹੋ ਗਈ ਤੇ ਜਾ ਕੇ ਉੱਥੇ ਨਾ ਮੇਦਾ ਵਾਸ਼ ਕਰਾਇਆ। ਫਿਰ ਉਹ ਕਹਿੰਦੇ ਨੇ ਕਿ ਜਿਹੜੇ ਸੰਭੜਿਆਲ ਹਸਪਤਾਲ ਦੀ ਰਿਪੋਰਟ ਆਈ ਹੈ ਉਹਦੇ ਚ ਵੀ ਕਿਧਰੇ ਨੇ ਲਿਖਿਆ ਕਿ ਜ਼ਹਿਰੀਲੀ ਸ਼ਾਇਦ ਤਾਂ ਕੋਈ ਨਹੀਂ ਸੀ। ਜ਼ਹਿਰੀਲੀ ਸ਼ਾਇਦ ਜਿਹੜੀ ਕਿਹਾ ਜਾ ਰਿਹਾ ਮੈਨੂੰ ਜ਼ਹਿਰ ਪਿਆ ਜਾ ਰਿਹਾ, ਤੇ ਐਸੀ ਗੱਲ ਕੋਈ ਨਹੀਂ। ਔਰ ਹਕੀਮ ਬਾਬਰ ਸਾਹਿਬ ਦਾ ਨਾਮ ਦੱਸਿਆ ਉਹਨਾਂ, ਕਿਹਾ ਜੀ ਅਫਜ਼ਾਲ ਨਾਮ ਹੈ ਇਹਨਾਂ ਦਾ, ਇਹ ਅੰਡਰ ਮੈਟ੍ਰਿਕ ਨੇ, ਇਹਨਾਂ ਕੋਲ ਕੋਈ ਹਕੀਮੀ ਨਾ ਸਨਦ ਹੈ ਨਾ ਨੁਸਖਾ ਹੈ। ਇਹ ਇੱਥੇ ਸਿਆਲਕੋਟ ਹੀ ਫੁੱਟਬਾਲ ਸੀਂਦੇ ਸਨ, ਲੇਕਿਨ ਕਹਿੰਦੇ ਨਾ ਆਲਾ ਤਲੀਮ ਵਾਸਤੇ ਉਹ ਪਿੰਡੀ ਆ ਗਏ ਔਰ ਆਲਾ ਤਲੀਮ ਉਹਨਾਂ ਹਾਸਲ ਕੀਤੀ ਤੇ ਉਸ ਤੋਂ ਬਾਅਦ ਉਹ ਹਕੀਮ ਬਣ ਗਏ। ਕਿਵੇਂ ਬਣ ਗਏ ਉਹ ਤਾਂ ਹਕੀਮ ਸਾਹਿਬ ਵੀ ਜਵਾਬ ਦੇਣਗੇ। ਸਾਨੂੰ ਤਾਂ ਜਿਹੜੀ ਗੱਲ ਦਾ ਪਤਾ ਲੱਗਾ ਇਸ ਤੁਹਾਡੇ ਨਾਲ ਸ਼ੇਅਰ ਇਸ ਵੇ ਤੋਂ ਕਰ ਰਹੇ ਹਾਂ ਕਿ ਇਹ ਜਦੋਂ ਵੀਡੀਓ ਕਿਤੇ ਜਾਂਦੀ ਹੈ ਤਾਂ ਸੱਜੇ ਖੱਬੇ ਵਾਲੇ ਜਿਹੜੇ ਲੋਕ ਉਹਨਾਂ ਨੂੰ ਵਿਟਨੈਸ ਕਰਦੇ ਨੇ, ਜਿਹੜੇ ਪੁਰਾਣੇ ਜਾਣਦੇ ਨੇ। ਜਿਵੇਂ ਸਾਨੂੰ ਵੀ ਕੋਈ ਜਾਣਦਾ ਹੋਏਗਾ ਪੁਰਾਣਾ, ਉਹ ਜਾਣਦਾ ਹੋਏਗਾ ਕਿ ਜੀ ਪਹਿਲਾਂ ਇੰਜ ਸਨ, ਅੱਜ ਇੰਜ ਨੇ, ਅੱਜ ਇੰਜ ਨੇ। ਉਹਨਾਂ ਨੇ ਕਿਹਾ ਜੀ ਇਹ ਫੁੱਟਬਾਲ ਸੀਂਦੇ ਸਨ ਉੱਥੇ, ਕੋਈ ਬੁਰੀ ਗੱਲ ਨਹੀਂ। ਅੱਜ ਸਿਆਲਕੋਟ ਵਿੱਚ ਲੱਖਾਂ ਘਰ ਜਿਹੜੇ ਨੇ ਉਹ ਫੁੱਟਬਾਲ ਦੀ ਸਨਅਤ ਨਾਲ ਵਾਬਸਤਾ ਨੇ। ਕੋਈ ਫੁੱਟਬਾਲ ਸੀਂਦਾ ਹੈ, ਕੋਈ ਬਣਾਉਂਦਾ ਹੈ, ਕੋਈ ਵੇਚਦਾ ਹੈ। ਉਹ ਕਹਿੰਦੇ ਨੇ ਪਿੰਡੀ ਆਏ ਤੇ ਇਹਨਾਂ ਨੇ ਦਿਨ ਜੁਗਨੀ ਰਾਤ ਜੁਗਨੀ ਤਰੱਕੀ ਕੀਤੀ। ਇਹ ਦਵਾਈਆਂ ਦੀ ਪੈਕਿੰਗ ਕਿਸੇ ਹੋਰ ਦੀ ਹੁੰਦੀ ਹੈ, ਉਹ ਕਹਿੰਦੇ ਨੇ ਜੀ ਉਧਰੋਂ ਕੱਢ ਕੇ ਤੇ ਆਪਣੇ ਨਾਂ ਤੋਂ ਵੇਚਦੇ ਨੇ। ਤੇ ਮੈਂ ਅੱਗੇ ਵੀ ਕਹਿ ਚੁੱਕਿਆ ਸ਼ਾਇਦ ਪਹਿਲਾਂ ਵੀ ਕਿ ਹਕੀਮ ਵਾਲਾ ਨੁਸਖਾ ਪਾਕਿਸਤਾਨ ਵਿੱਚ ਬੜੇ ਆਸਾਨੀ ਨਾਲ, ਪਾਕਿਸਤਾਨ ਕੀ ਯੂਰਪ ਵੀ ਜਾਓ ਉੱਥੇ ਵੀ ਹਕੀਮ ਲਗੇ ਫਿਰ ਰਹੇ ਨੇ ਔਰ ਆਪਣਾ ਜਨਾਬ ਨੁਸਖੇ ਚਲਾਈ ਜਾ ਰਹੇ ਨੇ। ਮੈਂ ਖੁਦ ਵਿਟਨੈਸ ਹਾਂ ਅਮਰੀਕਾ ਦੇ ਵਰਜੀਨੀਆ ਸ਼ਹਿਰ ਵਿੱਚ ਮਨਾਸਿਸ ਇੱਕ ਇਲਾਕਾ, ਤੇ ਉੱਥੇ ਇੱਕ ਪੰਪ ਤੇ ਅਸੀਂ ਬੈਠੇ ਤੇ ਉੱਥੇ ਫੈਸਲਾਬਾਦ ਦੇ ਇੱਕ ਦੋਸਤ ਨੇ, ਉਹਨਾਂ ਜਨਾਬ ਉੱਥੇ ਕੰਮ ਚੁੱਕੇ ਆ, ਉਹਨਾਂ ਗੋਰਿਆਂ ਨੂੰ ਅੱਗੇ ਲਾਏ ਆ। ਉਹ ਕਹਿੰਦੇ ਨੇ ਭਈਆ ਵੇਖੋ ਲਾਈਨ ਲੱਗੀ, ਦੁਨੀਆ ਆ ਰਹੀ ਹੈ, ਸ਼ਿਫਾਯਾਬੀ ਹੋ ਰਹੀ ਹੈ। ਹੁੰਦੀ ਹੋਵੇਗੀ, ਅੱਛੇ ਹਕੀਮ ਮੌਜੂਦ ਨੇ, ਇੱਕ ਪੂਰਾ ਸਬਜੈਕਟ ਹੈ ਜੋ ਡਾਕਟਰ ਨਹੀਂ ਸਨ, ਹੁਕਮਾ ਹੀ ਹੁੰਦੇ ਸਨ। ਬਹਰਹਾਲ ਇਹਦਾ ਫਾਇਦਾ ਫਰਾਡੀਆਂ ਨੇ ਉਠਾਇਆ। ਹਕੀਮ ਬਾਬਰ ਸਾਹਿਬ ਨੂੰ ਮੈਂ ਨਹੀਂ ਕਹਿੰਦਾ ਫਰਾਡੀਆਂ ਨੇ, ਮੈਂ ਨਹੀਂ ਕਹਿੰਦਾ ਉਹ ਕੁਛ, ਲੇਕਿਨ ਜੋ ਉਹਨਾਂ ਨੇ ਮਾਮਲਾਤ ਕੀਤੇ ਨੇ ਜ਼ਾਹਿਰ ਸੀ ਬਾਤ, ਅਸੀਂ ਜਿਹੜੀ ਦੌਰ ਦੀ ਅਸੀਂ ਸਾਡੀ ਪੈਦਾਇਸ਼ ਹੈ ਜਾਂ ਅਸੀਂ ਬਜ਼ੁਰਗਾਂ ਨੂੰ ਵਿਟਨੈਸ ਕੀਤਾ। ਸੱਚੀ ਗੱਲ ਤੇ ਆਵੇ ਕਿ ਮੀਆਂ ਬੀਵੀ ਦਾ ਰਿਸ਼ਤਾ ਹੋਣ ਦੇ ਬਾਵਜੂਦ ਵੀ ਬਜ਼ੁਰਗਾਂ 'ਚ ਜਾਂ ਅਸੀਂ ਵੀ ਥੋੜੇ ਬਹੁਤ, ਜ਼ਿਆਦਾ ਨਹੀਂ, ਯਕੀਨ ਮੰਨੋ ਇੰਨੀ ਸ਼ਰਮ ਆ ਸੀ ਕਿ ਆਪਣੀ ਮਿਸਿਸ ਕੋਲ ਬਹਿਣਾ, ਉਹਦੇ ਨਾਲ ਗੱਲ ਕਰਨੀ ਪੂਰੀ ਫੈਮਿਲੀ 'ਚ ਬਹਿ ਕੇ, ਜਾਂ ਬੜਾ ਇੱਕ ਅਜੀਬ ਜਿਹਾ ਲੱਗਦਾ ਸੀ। ਔਰ ਪੁਰਾਣੇ ਬਜ਼ੁਰਗ ਤੇ ਵਾਕਈ ਨਜ਼ਰ ਆਉਂਦਾ ਸੀ ਕਿ ਉਹ ਵਾਲਦੈਨ ਹੁੰਦੇ ਸਨ, ਬੱਚੇ ਉਹਨਾਂ ਦੇ ਜਵਾਨ ਹੋ ਗਏ ਹੁੰਦੇ ਸਨ, ਲੇਕਿਨ ਅਸੀਂ ਵੇਖਦੇ ਸਾਂ ਕਿ ਇੱਕ ਚਾਰਪਾਈ ਤੇ ਵੀ ਉਹ ਨਹੀਂ ਸਨ ਬਹਿੰਦੇ। ਇਹ ਨਹੀਂ ਸਨ ਕਿ ਉਹਨਾਂ ਨੂੰ ਕੋਈ ਸ਼ਰਨ ਮਨਾ ਸੀ ਜਾਂ ਕੋਈ ਕਾਨੂੰਨ, ਲੇਕਿਨ ਇੱਕ ਫੈਮਿਲੀ ਦਾ ਇੱਕ ਡੈਕੋਰਮ, ਇੱਕ ਅਖਲਾਕੀਆਤ ਸਾਨੂੰ ਸਿਖਾਉਣ ਵਾਸਤੇ ਕਿ ਕਿੰਨਾ ਕੁ ਤੁਸੀਂ ਤੁਹਾਡਾ ਜਿਹੜਾ ਨਾ ਰਿਲੇਸ਼ਨ ਮੀਆਂ ਬੀਵੀ ਦਾ ਕਿੱਥੇ ਹੋਣਾ ਚਾਹੀਦਾ, ਕਿੱਥੇ ਨਜ਼ਰ ਆਉਣਾ ਚਾਹੀਦਾ, ਕਿੱਥੇ ਤੁਹਾਡਾ ਅਦਬ ਅਦਾਬ। ਹਕੀਮ ਸਾਹਿਬ ਨੇ ਤਾਂ ਉਹ ਸਾਰੀਆਂ ਚੀਜ਼ਾਂ ਜਨਾਬ ਪਾਰ ਕਰਤੀਆਂ। ਉਹਨਾਂ ਦੇ ਟਿਕਟਾਕ ਵੇਖੋ, ਉਹਨਾਂ ਦੇ ਬ੍ਰਾਈਡਲ ਸ਼ੂਟ ਵੇਖੋ, ਉਹਨਾਂ ਨੂੰ ਜੋ ਉਹਨਾਂ ਨੇ ਮਾਸ਼ਾਅੱਲਾ ਇਸ ਮਾਹੌਲ ਦਿੱਤਾ। ਯਕੀਨ ਕਰੋ ਨੌਜਵਾਨ ਮੁੰਡੇ ਤੇ ਚਲੋ ਸਮਝ ਆਉਂਦੀ ਹੈ ਕਿ ਉਹਨਾਂ ਨੂੰ ਤੜਪ ਫੜਕ ਹੁੰਦੀ ਹੈ ਕਿ ਸਾਡਾ ਵਿਆਹ ਹੋਵੇ, ਉਹ ਗਲੀਆਂ ਟੱਕਰਾਂ ਮਾਰਦੇ ਫਿਰਦੇ ਨੇ, ਜੁੱਤੀਆਂ ਵੀ ਖਾਂਦੇ ਫਿਰਦੇ ਨੇ। ਲੇਕਿਨ ਇਸ ਹਕੀਮ ਸਾਹਿਬ ਨੇ ਤਾਂ ਬਾਬੇ ਖਰਾਬ ਕਰ ਦਿੱਤੇ ਨਾ। ਬਾਬੇ ਜਨਾਬ ਉਹ ਉਹਨਾਂ ਦੀ ਵੀਡੀਓ ਕੱਢ ਕੱਢ ਕੇ ਵੇਖ ਵੇਖ ਕੇ ਜਨਾਬ ਗਲੀਆਂ ਲੱਗੇ ਫਿਰਦੇ ਨੇ ਕਿ ਸ਼ਾਇਦ ਕੋਈ ਚਾਂਸ ਸਾਡਾ ਵੀ ਬਣ ਜਾਏ, ਸਾਨੂੰ ਵੀ ਕੋਈ ਆਖੇ ਕਿ ਜਨਾਬ ਅਸੀਂ ਤੁਹਾਡੇ ਬਗੈਰ ਨਹੀਂ ਰਹਿ ਸਕਦੇ। ਤੋ ਮੇਰੇ ਖਿਆਲ में ਹਕੀਮ ਸਾਹਿਬ ਨੂੰ ਆਪਣੀ ਅਦਾਵਾਂ ਤੇ ਵੀ ਗੌਰ ਕਰਨਾ ਚਾਹੀਦਾ। ਜੋ ਤੁਸੀਂ ਜ਼ਿਆਦਾ ਚੀਜ਼ਾਂ ਜਾਣਦੇ ਹੋ, ਜੋ ਸਾਰੇ ਮਾਮਲਾਤ ਕਰਦੇ ਹੋ, ਔਰ ਬਹੁਤ ਸਾਡੇ ਲੋਕ ਹਕੀਮ ਸਾਹਿਬ ਦੇ ਬੜੇ ਮੁਹੱਬਤ ਕਰਨ ਵਾਲੇ ਨੇ, ਉਹਨਾਂ ਨੂੰ ਬੜਾ ਆਈਡਲਾਈਜ਼ ਕਰਦੇ ਨੇ। ਆਈਡਲਾਈਜ਼ ਕਰਨ ਦੀ ਕੀ ਵਜ੍ਹਾ ਤੁਸੀਂ ਸਾਰੇ ਸਮਝਦੇ ਹੋ। ਇਹ YouTube ਬੜੀ ਭੈੜੀ ਬਿਮਾਰੀ ਹੈ। ਟਿਕਟਾਕ ਇੱਥੇ ਜਦੋਂ ਤੁਸੀਂ ਇੰਜ ਕਰਕੇ ਲਾਈਕ ਕਰਦੇ ਹੋ, ਥੱਲੇ ਲਿਖਦੇ ਹੋ ਨਾ, ਯਕੀਨ ਕਰੋ ਬੰਦੇ ਦਾ ਸੀਨਾ ਐਡਾ ਚੌੜਾ ਹੋ ਜਾਂਦਾ। ਤੇ ਇਹ ਵੀ ਇੱਕ ਅਖਲਾਕੀ ਬਿਮਾਰੀ ਹੈ ਜਿਹੜੀ ਚੱਲ ਪਈ ਹੈ। ਔਰ ਮੇਰਾ ਖਿਆਲ ਹੈ ਮੇਰੇ ਜਿਹੜੇ ਤੁਸੀਂ ਸੁਣਨ ਵਾਲੇ ਹੋ, ਜਾਣਨ ਵਾਲੇ ਹੋ, ਕੋਸ਼ਿਸ਼ ਕਰੋ ਕਿ ਅਸੀਂ ਅੱਛੇ ਅਲਫਾਜ਼ ਦੇ ਨਾਲ ਇਹਨਾਂ ਤੇ ਤਨਕੀਦ ਕਰੀਏ ਔਰ ਇਸ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕਰੀਏ। ਇਹ ਜਿਹੜਾ ਮਾਹੌਲ ਬਣਾਇਆ ਜਾ ਰਿਹਾ ਹੈ, ਸਾਰੀ ਗੱਲ ਹੈ ਅਸੀਂ ਆਪ ਉਹਨਾਂ ਤੋਂ ਮੁਤਾਸਰ ਹੋਵਾਂਗੇ, ਸਾਡੇ ਬੱਚੇ ਮੁਤਾਸਰ ਹੋਣਗੇ। ਤੇ ਹਕੀਮ ਸਾਹਿਬ ਵਾਸਤੇ ਆਵੇ ਕਿ ਹਕੀਮ ਸਾਹਿਬ ਇਹ ਹੁਣ ਜਿਹੜੀ ਰਿਪੋਰਟ ਆ ਗਈ ਹੈ, ਇਹ ਹੁਣ ਜਿਹੜੀ ਗੱਲਾਂ ਸਾਹਮਣੇ ਆ ਰਹੀਆਂ ਨੇ, ਇਹਦੇ ਬਾਰੇ ਵੀ ਇੱਕ ਵਿਲਾਗ ਕਰੋ।
ਔਰ ਦੱਸੋ ਕਿ ਤੁਸੀਂ ਤਰੱਕੀ ਦਾ ਸਫ਼ਰ ਕਿਵੇਂ ਤੈਅ ਕੀਤਾ, ਕਿੱਥੋਂ ਸਨਦ ਲਈ, ਕਿਆ ਵਾਕਈ ਤੁਹਾਨੂੰ ਜ਼ਹਿਰ ਦਿੱਤਾ ਗਿਆ, ਕਿਆ ਵਾਕਈ ਸੰਭੜਿਆਲ ਦੇ ਡਾਕਟਰ ਵੀ ਤਿੰਨੇ ਡਾਕਟਰ ਮਿਲ ਗਏ ਨੇ ਉਹਨਾਂ ਦੇ ਨਾਲ, ਤੇ ਜਿਹੜੀ ਉਹਨਾਂ ਦੀ ਪੂਰੀ ਫੈਮਿਲੀ ਡਿਸਟਰਬ ਹੋ ਗਈ ਹੈ। ਸਾਰੀ ਗੱਲ ਪੁਲਿਸ ਉਹਨਾਂ ਦੇ ਘਰ ਜਾ ਰਹੀ ਹੈ, ਵੀਡੀਓ ਬਿਆਨ ਤੁਸੀਂ ਪੂਰਾ ਸੁਣ ਲਿਆ ਹੋਣਾ, ਤੇ ਖਵਾਤੀਨ ਨਾਲੋਂ ਪੁੱਛ ਗਿੱਛ ਕਰ ਰਹੇ ਨੇ ਸਾਰੇ ਭਰਾ, ਬਜ਼ੁਰਗ ਭਰਾ ਉਹਨਾਂ ਦੇ, ਉਹ ਜਿਹੜਾ ਇਹਨਾਂ ਦੋਸਤ ਹੈ, ਸਾਰੀ ਗੱਲ ਹੈ ਜਿਹੜਾ ਇਹਨਾਂ ਦਾ ਦੋਸਤ ਹੈ ਉਹ ਕੋਈ 60 ਸਾਲ ਦੇ ਉੱਤੇ ਦਾ ਹੀ ਹੋਣਾ ਨਾ, ਤੇ ਉਹਦੇ ਵੱਡੇ ਭਰਾ ਨੇ ਚਾਰ, ਉਹ ਵੀ ਘਰੋਂ ਨਿਸੇ ਨੇ, ਬੱਚੇ ਜਵਾਨ ਬੱਚੇ ਨੇ, ਜਵਾਨ ਬੱਚਿਆਂ ਦੇ ਕੋਈ ਜਵਾਨ ਬੱਚੇ ਨੇ, ਪੂਰੀ ਫੈਮਿਲੀ ਡਿਸਟਰਬ ਕਰਕੇ ਆਪ ਜਨਾਬ ਤੁਸੀਂ ਆ ਗਏ ਛੋਟੀ ਜੀ ਵੀਡੀਓ ਬਣਾ ਕੇ, ਲੇਕਿਨ ਅਸਲੀ ਗੱਲ ਉਹ ਕਹਿੰਦੇ ਨੇ ਨਹੀਂ ਦੱਸੀ। ਤੇ ਮੈਂ ਤਾਂ ਕਹਾਂਗਾ ਪਲੇਟਫਾਰਮ ਹਾਜ਼ਰ ਹੈ, ਤੁਸੀਂ ਆਓ, ਅਸਲੀ ਗੱਲ ਵੀ ਦੱਸੋ। ਅਗਰ ਝੂਠ ਬੋਲਿਆ ਜੇ ਜਾਂ ਗਲਤ ਕੰਮ ਕਰ ਬੈਠੇ ਹੋ, ਤੇ ਇੱਕ ਗਲਤ ਕੰਮ ਕੀਤਾ ਤੇ ਮਜ਼ੀਦ ਗਲਤ ਕੰਮ ਨਾ ਕਰੋ, ਪੂਰੀ ਫੈਮਿਲੀ ਉਹਨੂੰ ਡਿਸਟਰਬ ਹੈ। ਉਹਨਾਂ ਅਪੀਲ ਵੀ ਕੀਤੀ ਹੈ ਮਰੀਮ ਨਵਾਜ਼ ਅੱਗੇ ਵੀ, DPO ਅੱਗੇ ਵੀ, ਕਿ ਜੋ ਹੱਕ ਸੱਚ ਹੈ ਉਹ ਕਰੋ। ਅਗਰ ਅਸੀਂ ਮੁਜਰਮਾਂ ਤੇ ਸਾਨੂੰ ਜੇਲ੍ਹਾਂ 'ਚ ਪਾ ਦਿਓ, ਅਗਰ ਨਹੀਂ ਤੇ ਹਕੀਮ ਸਾਹਿਬ ਨੂੰ ਸਜ਼ਾ ਦਿਓ ਜਿਨ੍ਹਾਂ ਦੀ ਵਜ੍ਹਾ ਤੋਂ ਸਾਡੀ ਈਦ ਦੇ ਦਿਨ ਔਰ ਅੱਜ ਦੇ ਦਿਨ ਤੱਕ ਅਸੀਂ ਤਕਲੀਫ ਹੀ ਗੁਜ਼ਰ ਰਹੇ। ਸ਼ੁਕਰੀਆ।